ਆਸਰਾ ਜੀ ਸਾਨੂੰ ਤੇਰੇ ਚਰਨਾਂ ਦਾ, ਆਸਰਾ ਜੀ ਸਾਨੂੰ ਤੇਰੇ ਚਰਨਾਂ ਦਾ, ਜੀ ਸਾਨੂੰ ਤੇਰੇ ਚਰਨਾਂ ਦਾ, ਆਸਰਾ ਜੀ ਸਾਨੂੰ ਤੇਰੇ, ਆਸਰਾ ਜੀ ਸਾਨੂੰ ਤੇਰੇ ਚਰਨਾਂ ਦਾ, ਆਸਰਾ ਜੀ ਸਾਨੂੰ ਤੇਰੇ ਚਰਨ, ਸਾਨੂੰ ਤੇਰੇ ਚਰਨਾਂ ਦਾ, ਹਾਂਜੀ ਤੇਰੇ ਚਰਨਾਂ ਦਾ, ਸਾਨੂੰ ਤੇਰੇ ਚਰਨਾਂ, ਉਹ ਤੇਰੇ ਚਰਨਾਂ ਦਾ, ਸਾਨੂੰ ਤੇਰੇ ਚਰਨਾਂ ਜੀ ਤੇਰੇ ਚਰਨਾਂ ਦਾ, ਤੇਰੇ ਚਰਨਾਂ ਦਾ, ਉਹ ਤੇਰੇ ਚਰਨਾਂ ਦਾ, ਸਾਨੂੰ ਤੇਰੇ ਤੇਰੇ ਚਰਨਾਂ ਦਾ, ਸਾਨੂੰ ਤੇਰੇ ਚਰਨਾਂ, ਕਿਸ ਹੀ ਕੋਈ ਕੋਏ ਮੰਝ ਨਿਮਾਣੀ ਇੱਕ ਤੂੰ, ਕਿਉਂ ਨਾ ਮਰੀਜੈ ਰੋਏ, ਜਾਂ ਲਗ ਚਿਤ ਨਾ ਆਵਹੀ, ਜੀ ਸਾਨੂੰ ਤੇਰੇ ਚਰਨਾਂ ਦਾ ਆਸਰਾ, ਹੋਰ ਕੋਈ ਆਸਰਾ ਨਹੀਂ, ਇੱਕ ਤੇਰੇ ਚਰਨਾਂ ਦਾ ਜੀ ਆਸਰਾ, ਹੋਰ ਕੋਈ ਆਸਰਾ ਨਹੀਂ, ਤੇਰੇ ਚਰਨਾਂ ਦਾ ਆਸਰਾ, ਹੋਰ ਕੋਈ ਆਸਰਾ, ਸਾਨੂੰ ਤੇਰੇ ਚਰਨਾਂ ਦਾ ਆਸਰਾ, ਹੋਰ ਕੋਈ ਆਸਰਾ, ਤੇਰੇ ਚਰਨਾਂ ਦਾ ਸਾਨੂੰ ਆਸਰਾ, ਹੋਰ ਕੋਈ ਆਸਰਾ, ਸਾਨੂੰ ਤੇਰੇ ਚਰਨਾਂ ਦਾ ਆਸਰਾ, ਹੋਰ ਕੋਈ ਆਸਰਾ ਨਹੀਂ, ਕਿਸ ਹੀ ਕੋਈ ਕੋਏ ਮਨ ਨਿਮਾਣੀ ਏਕ ਤੂੰ, ਵਾਹਿਗੁਰੂ ਕਿਉਂ ਨਾ ਮਰੀਜੈ ਰੋਏ, ਜਾਂ ਲਗ ਚਿਤ ਨਾ ਆਵਈ, ਜੁਗੋ ਜੁਗ ਅਟਲ ਚਵਰਾਂ ਤਖਤਾਂ ਛਤਰਾਂ ਦੇ ਮਾਲਕ, ਹਲਤ ਪਲਤ ਦੇ ਰਾਖੇ, ਲੋਕ ਪਰਲੋਕ ਦੇ ਸਹਾਈ, ਹਾਜ਼ਰ ਨਾਜ਼ਰ ਦਸਾਂ ਪਾਤਸ਼ਾਹੀਆਂ ਦੇ ਪਾਵਨ ਸਰੂਪ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਹਜ਼ੂਰੀ ਅੰਦਰ ਜੁੜ ਬੈਠੇ ਆ। ਉਪਰਾਲਾ ਉਦਮ ਕੀਤਾ ਹੈ ਮਹਾਂਪੁਰਖਾਂ ਨੇ ਹਰੇਕ ਸਾਲ ਦੀ ਤਰ੍ਹਾਂ ਇਹ 3 ਦਿਨਾਂ ਦਾ ਗੁਰਮਤਿ ਸਮਾਗਮ ਸਮੂਹ ਸ਼ਹੀਦ ਸਿੰਘਾਂ ਦੀ ਯਾਦ ਅੰਦਰ ਇਹ ਜੋੜ ਮੇਲਾ ਇਹ ਨਹੀਂ ਜਿਹੜਾ ਦੁਨੀਆ ਦਾ, ਗੁਰਮਤਿ ਦਾ ਜਿਹੜਾ ਜੋੜ ਮੇਲਾ ਹੈ, ਜੋੜ ਤੋਂ ਭਾਵ ਕੋਈ ਟੁੱਟਿਆ ਹੋਇਆ ਗੁਰੂ ਨਾਲ ਜੁੜ ਜਾਵੇ। ਮੇਲਾ ਦੁਨੀਆ ਵਾਲਾ ਨਹੀਂ, ਮੇਲਾ ਇਹ ਕਿਸੇ ਟੁੱਟੇ ਹੋਏ ਦਾ ਗੁਰੂ ਨਾਲ ਮੇਲਾ ਹੋ ਜਾਵੇ। ਤੋ ਇਹ ਮਹਾਂਪੁਰਖਾਂ ਨੇ ਉਦਮ ਕੀਤਾ ਹੈ। ਦਾਸ ਤੋਂ ਪਹਿਲਾਂ ਬਹੁਤ ਹੀ ਪਿਆਰ ਵਾਲੇ ਮਹਾਂਪੁਰਖਾਂ ਪਾਸੋਂ ਆਪ ਜੀ ਨੇ
ਬੜੇ ਪਿਆਰ ਦੇ ਨਾਲ ਕਲਗੀਧਰ ਪਾਤਸ਼ਾਹ ਜੀ ਦੇ ਬਾਰੇ, ਸ਼ਹਾਦਤ ਦੇ ਬਾਰੇ ਸਰਵਣ ਕੀਤਾ ਹੈ। ਪਰ ਆਓ ਆਪਾਂ ਬੇਨਤੀ ਕੀਤੀ ਹੈ, ਚਿਤ ਚਰਨ ਕਮਲ ਕਾ ਆਸਰਾ। ਸਾਰੀ ਦੁਨੀਆ ਹੈ, ਦੁਨੀਆ ਦੇ ਵਿੱਚ ਹਰ ਇੱਕ ਬੰਦਾ ਕਿਸੇ ਨਾ ਕਿਸੇ ਆਸਰੇ ਜਿਉ ਰਿਹਾ ਹੈ। ਕਈ ਵਾਰੀ ਦੁਨੀਆ ਵਿੱਚ ਵੇਖਿਆ ਹੋਣਾ, ਮਾਂ ਨੇ ਇੱਥੋਂ ਤੱਕ ਕਿਹਾ ਹੋਣਾ, ਮੈਂ ਆਪਣੇ ਪੁੱਤ ਨੂੰ ਦੇਖ ਦੇਖ ਕੇ ਜਿਉਣੀ ਆ, ਮੈਂ ਪੁੱਤ ਦੇ ਸਹਾਰੇ ਜਿਉਣੀ ਆ। ਜਾਂ ਕਈ ਵਾਰੀ ਕੋਈ ਬੰਦਾ ਕਹਿ ਦਿੰਦਾ ਮੈਂ ਇਹਦੇ ਸਹਾਰੇ ਜ਼ਿੰਦਗੀ ਜਿਉ ਰਿਹਾ, ਮੈਂ ਇਹਦੇ ਸਹਾਰੇ ਆ। ਹਰ ਇੱਕ ਚੀਜ਼ ਦੁਨੀਆ ਦੇ ਅੰਦਰ ਇੱਕ ਸਹਾਰੇ ਖੜੀ ਹੈ, ਕਿਸੇ ਨੂੰ ਕਿਸੇ ਦਾ ਸਹਾਰਾ, ਕਿਸੇ ਦਾ ਸਹਾਰਾ। ਜਿਵੇਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸੱਚੇ ਪਾਤਸ਼ਾਹ ਜੀ ਦੇ ਅੰਦਰ ਬਚਨ ਆਉਂਦਾ ਹੈ, ਦਰਬਵੰਤ ਦਰਬ ਦੇਖ ਗਰਬੈ ਭੂਮਵੰਤ ਅਭਿਮਾਨੀ। ਸਤਿਗੁਰੂ ਜੀ ਬਚਨ ਕਰਦੇ ਕਹਿੰਦੇ, ਜਿਵੇਂ ਇੱਕ ਮਾਇਆ ਧਾਰੀ ਹੈ, ਦਰਬਵੰਤ ਦਰਬ ਦੇਖ ਗਰਬੈ। ਉਹ ਜਿਹੜਾ ਮਾਇਆ ਧਾਰੀ ਹੈ, ਉਹਦੇ ਕੋਲ 4 ਪੈਸੇ ਨੇ, ਆਪਣੀ ਮਾਇਆ ਨੂੰ ਵੇਖ ਕੇ ਗਰਬ ਕਰਦਾ, ਮਾਣ ਕਰਦਾ। ਕਿਤੇ ਕੱਲ ਨੂੰ ਮੇਰੇ ਤੇ ਕੋਈ ਦੁਨਿਆਵੀ ਵਿਪਤਾ ਪਵੇ, ਦੁਨਿਆਵੀ ਤੌਰ ਤੇ ਕੋਈ ਵਿਪਤਾ ਵਾਲਾ ਸਮਾਂ ਆਵੇ, ਮਾਇਆ ਦੇ ਉੱਪਰ ਮਾਣ ਹੁੰਦਾ। ਭਾਵੇਂ ਮਾਇਆ ਨੇ ਨਾਲ ਨਹੀਂ ਜਾਣਾ, ਮਾਇਆ ਨੇ ਸਾਥ ਨਹੀਂ ਦੇਣਾ। ਜਹ ਮਾਤ ਪਿਤਾ ਸੁਤ ਮੀਤ ਨਾਮ ਭਾਈ, ਮਨ ਊਹਾ ਨਾਮ ਤੇਰੇ ਸੰਗ ਸਹਾਈ। ਤਿੱਥੈ ਤੂੰ ਸਮਰੱਥ ਜਿੱਥੇ ਕੋਈ ਨਾ। ਹੈ ਮਾਇਆ ਨੇ ਭਾਵੇਂ ਸਾਥ ਨਹੀਂ ਦੇਣਾ, ਪਰ ਫਿਰ ਵੀ ਇੱਕ ਮਾਣ ਹੁੰਦਾ ਮਾਇਆ ਤੇ, ਕੱਲ ਨੂੰ ਮੇਰੇ ਤੇ ਕੋਈ ਔਖਾ ਸਮਾਂ ਆਵੇ, ਮੈਂ ਇਹ ਮਾਇਆ ਖਰਚ ਦਊਂ, ਇਹਦੇ ਸਿਰ ਤੇ ਆਪਣਾ ਦੁੱਖ ਦਾ ਸਮਾਂ ਟਾਲ ਲਊਂ, ਇੱਕ ਮਾਣ ਹੁੰਦਾ। ਦਰਬਵੰਤ ਦਰਬ ਦੇਖ ਗਰਬੈ ਭੂਮਵੰਤ ਅਭਿਮਾਨੀ। ਦੂਜੇ ਨੰਬਰ ਤੇ ਮਹਾਰਾਜ ਬਚਨ ਕਰਦੇ, ਇੱਕ ਉਹ ਹੈ ਜਿਹਦੇ ਕੋਲ ਜ਼ਮੀਨ ਜਾਇਦਾਦ ਹੈ, ਜ਼ਮੀਨ ਦੇ ਉੱਪਰ ਵੀ ਮਾਣ ਹੈ। ਮੇਰੇ ਕੋਲ ਇੰਨੇ ਕਿੱਲੇ ਨੇ ਜੀ, ਮੇਰੇ ਕੋਲ ਇੰਨੀ ਜ਼ਮੀਨ ਹੈ, ਉਹ ਜ਼ਮੀਨ ਦੇ ਉੱਪਰ ਮਾਣ ਹੈ। ਕੱਲ ਨੂੰ ਸਮਾਂ ਬਣੇ, ਕੋਈ ਦੁਨਿਆਵੀ ਤੌਰ ਤੇ ਵਿਪਤਾ ਆਵੇ ਤੇ ਮੈਂ ਜ਼ਮੀਨ ਵੇਚ ਕੇ ਲਾ ਦੂੰ ਜੀ, ਮੈਨੂੰ ਇਹਦਾ ਸਹਾਰਾ ਹੈ, ਉਹਦੇ ਤੇ ਮਾਣ ਹੈ, ਜ਼ਮੀਨ ਦੇ ਉੱਪਰ। ਤੀਜੀ ਉਦਾਹਰਣ ਮਹਾਰਾਜ ਦਿੰਦੇ ਨੇ, ਮਹਾਰਾਜ ਕਹਿੰਦੇ, ਰਾਜਾ ਜਾਣੈ ਸਗਲ ਰਾਜ ਹਮਰਾ। ਇਦਾਂ ਹੀ ਮਹਾਰਾਜ ਕਹਿੰਦੇ ਵੀ ਇੱਕ ਰਾਜਾ ਹੈ, ਉਹਨੂੰ ਇਦਾਂ ਹੀ ਵੀ ਸਾਰੀ ਪਰਜਾ ਮੇਰੀ ਹੈ। ਕੱਲ ਨੂੰ ਮੇਰੇ ਤੇ ਕੋਈ ਦੁੱਖ ਦਾ ਸਮਾਂ ਆਵੇ ਦੁਨਿਆਵੀ ਤੌਰ ਤੇ, ਇਹ ਪਰਜਾ ਮੇਰੇ ਨਾਲ ਖੜੇਗੀ। ਆਪਣੀ ਪਰਜਾ ਦੇ ਉੱਪਰ, ਆਪਣੇ ਰਾਜ ਭਾਗ ਦੇ ਉੱਪਰ ਮਾਣ ਹੈ। ਤੇ ਮਹਾਰਾਜ ਕਹਿੰਦੇ, ਇੱਕ ਮਾਣ ਗੁਰੂ ਦੇ ਸਿੱਖ ਨੂੰ ਵੀ ਹੈ, ਇੱਕ ਮਾਣ ਇੱਕ ਭਗਤ ਨੂੰ ਵੀ ਹੈ। ਉਹ ਕਿਹਦੇ ਤੇ ਹੈ? ਇੱਕ ਭਗਤ ਨੂੰ ਆਪਣੇ ਭਗਵਾਨ ਤੇ, ਗੁਰੂ ਦੇ ਸਿੱਖ ਨੂੰ ਆਪਣੇ ਗੁਰੂ ਦੇ ਉੱਪਰ ਮਾਣ ਹੈ। ਜਿਵੇਂ ਹਜੂਰ ਬਾਬਾ ਜੀ, ਧੰਨ ਬਾਬਾ ਮੀਹਾਂ ਸਿੰਘ ਜੀ ਮਹਾਰਾਜ ਸਿਆੜ ਸਾਹਿਬ ਵਾਲੇ, ਤੂੰ ਹੈ ਮੇਰਾ ਤਾਣ ਬਾਬਾ ਜੀ, ਤੁਦੇ ਉੱਪਰ ਮੇਰਾ ਮਾਣ, ਤੂੰ ਹੈ ਮੇਰਾ ਤਾਣ ਬਾਬਾ ਜੀ। ਇਦਾਂ ਸਤਿਪੁਰਸ਼ ਧਾਰਨਾ ਪੜਦੇ। ਤੋ ਇੱਕ ਗੁਰੂ ਦੇ ਸਿੱਖ ਨੂੰ ਇਦਾਂ ਆਪਣੇ ਗੁਰੂ ਦੇ ਉੱਪਰ ਮਾਣ ਹੁੰਦਾ, ਇੱਕ ਓਟ ਹੁੰਦੀ ਹੈ, ਇੱਕ ਆਸਰਾ ਹੁੰਦਾ। ਤੋ ਆਪਾਂ ਵੀ ਇਹ ਆਸਰਾ ਆਪਣੇ ਗੁਰੂ ਦੇ ਚਰਨਾਂ ਦੇ ਉੱਪਰ ਬਣਾਉਣਾ ਹੈ। ਇਤਿਹਾਸ ਵਿੱਚੋਂ ਵੀ ਵਾਚ ਲਈਏ, ਇੱਕ ਆਸਰਾ ਜਦੋਂ ਬਣਾਇਆ ਕਸ਼ਮੀਰੀ ਪੰਡਤਾਂ ਨੇ, ਜਦੋਂ ਕੋਈ ਆਸਰਾ ਨਹੀਂ ਲੱਭਿਆ, ਆਪਣੇ ਭਗਵਾਨ ਆਪਣੇ ਇਸ਼ਟ ਨੂੰ ਅਰਾਧਿਆ। ਕਸ਼ਮੀਰ ਦੇ ਅੰਦਰ ਪੰਡਤਾਂ ਦਾ ਗੜ ਹੈ। ਔਰੰਗਜ਼ੇਬ ਨੇ ਜਦੋਂ ਇਹ ਠਾਣ ਲਿਆ ਵੀ ਮੈਂ ਸਾਰੇ ਪਾਸੇ ਇੱਕ ਧਰਮ ਬਣਾ ਦੇਣਾ ਹੈ, ਮੈਂ ਸਭ ਨੂੰ ਮੁਸਲਮਾਨ ਬਣਾ ਦੇਣਾ ਹੈ, ਆਪਣੇ ਸਾਰੇ ਸੂਬੇਦਾਰਾਂ ਨੂੰ ਇਹ ਹੁਕਮ ਕਰ ਦਿੱਤਾ ਜੀ, ਸਾਰਿਆਂ ਨੂੰ ਮੁਸਲਮਾਨ ਬਣਾ ਦਿਓ। ਇਹ ਕਾਫਰ ਨੇ, ਮੋਮਨ ਨੇ, ਇਹਨਾਂ ਨੂੰ ਮੁਸਲਮਾਨ ਬਣਾਓ। ਹਿੰਦੂਆਂ ਨੂੰ, ਹਿੰਦੂ ਧਰਮ ਤੇ ਮੁਸਲਮਾਨ ਧਰਮ ਦੋ ਧਰਮ ਹੁੰਦੇ ਸੀ, ਇਹਨਾਂ ਹਿੰਦੂਆਂ ਨੂੰ ਮੁਸਲਮਾਨ ਬਣਾ ਦਿਓ। ਸਾਰੇ ਸੂਬੇਦਾਰਾਂ ਨੂੰ, ਕਸ਼ਮੀਰ ਦਾ ਸੂਬੇਦਾਰ ਸ਼ੇਰ ਅਫਗਾਨ ਖਾਂ, ਇਹਨੂੰ ਵੀ ਕਿਹਾ ਗਿਆ ਵੀ ਤੇਰੇ ਕਸ਼ਮੀਰ ਦੇ ਅੰਦਰ ਹਿੰਦੂ ਪੰਡਤ ਇਹ ਗੜ ਹੈ, ਸਭ ਤੋਂ ਵੱਧ ਹਿੰਦੂ ਪੰਡਤ ਇੱਥੇ ਨੇ, ਵਿਦਵਾਨ ਇੱਥੇ ਨੇ, ਇਹਨਾਂ ਨੂੰ ਮੁਸਲਮਾਨ ਬਣਾ, ਕਿਸੇ ਤਰੀਕੇ ਵੀ ਬਣਾ। ਕਿਉਂਕਿ ਵਿਦਵਾਨ ਪੁਰਸ਼ ਮੰਨਦੇ ਨੇ 4 ਤਰੀਕੇ ਹੁੰਦੇ ਨੇ ਜਿਨ੍ਹਾਂ ਨਾਲ ਕੋਈ ਵੀ ਬੰਦਾ ਕੰਮ ਕਰਦਾ। ਜਾਂ ਤੇ ਬੰਦਾ ਕਿਸੇ ਡਰ ਕਰਕੇ ਕੰਮ ਕਰਦਾ,
ਜਾਂ ਬੰਦਾ ਕੰਮ ਕਰਦਾ ਹੈ ਲਾਲਚ ਦੇ ਵਿੱਚ, ਤੇ ਜਾਂ ਬੰਦਾ ਕਿਸੇ ਸ਼ੌਂਕ ਨਾਲ ਕੰਮ ਕਰਦਾ ਹੈ ਪਿਆਰ ਨਾਲ, ਤੇ ਜਾਂ ਜਦੋਂ ਕਿਸੇ ਨੂੰ ਧੱਕੇ ਨਾਲ ਲਾਹਨਤ ਦੇ ਨਾਲ ਕੰਮ ਕਰਵਾਇਆ ਜਾਂਦਾ ਹੈ। ਤੋ ਕਈ ਤੇ ਪਿਆਰ ਨਾਲ ਹੀ ਮੰਨ ਗਏ, ਕੋਈ ਲਾਲਚ ਦੇ ਨਾਲ, ਪੈਸੇ ਦੇ ਲਾਲਚ ਵਿੱਚ ਵੀ ਆਪਣਾ ਧਰਮ ਛੱਡ ਦਿੱਤਾ। ਪਰ ਜਿਨ੍ਹਾਂ ਨੂੰ ਆਪਣੇ ਗੁਰੂ ਦੇ ਉੱਪਰ, ਆਪਣੇ ਭਗਵਾਨ ਉੱਪਰ ਮਾਣ ਸੀ, ਕਹਿੰਦੇ ਉਸ ਸਮੇਂ ਆਪਣੇ ਇਸ਼ਟ ਨੂੰ ਅਰਾਧਿਆਂ ਇੱਕ ਅਗੰਮੀ ਆਵਾਜ਼ ਆਈ, ਇਹ ਸਮੇਂ ਜੇ ਤੁਹਾਡੇ ਧਰਮ ਨੂੰ ਕੋਈ ਬਚਾ ਸਕਦਾ, ਜਾਓ ਆਨੰਦਪੁਰ ਦੀ ਧਰਤੀ ਤੇ। ਨੌਵੇਂ ਗੁਰੂ ਨਾਨਕ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ, ਉਹਨਾਂ ਦੀ ਸ਼ਰਨ ਵਿੱਚ ਜਾਓ। ਦੀਨ ਦਰਦ ਦੁਖ ਭੰਜਨਾ, ਕਟ ਕਟ ਨਾਥ ਅਨਾਥ ਸ਼ਰਨ ਤੁਮਾਰੀ, ਆਇਓ ਨਾਨਕ ਕੇ ਪ੍ਰਭ ਸਾਥ। ਜਦੋਂ ਹੁਣ ਕੋਈ ਆਸਰਾ ਨਹੀਂ, ਆਵਾਜ਼ ਆਈ, ਜਾਓ ਆਨੰਦਾਂ ਦੀ ਪੁਰੀ ਵਿੱਚ। ਨੌਵੇਂ ਗੁਰੂ ਨਾਨਕ ਉਹ ਤੁਹਾਡੇ ਡੁੱਬਦੇ ਧਰਮ ਨੂੰ ਬਚਾ ਸਕਦੇ ਨੇ। ਪੰਡਤ ਕਿਰਪਾ ਰਾਮ ਜੀ ਦੀ ਅਗਵਾਈ ਦੇ ਅੰਦਰ ਸਿਆਣੇ ਵਿਦਵਾਨ ਪੰਡਤ ਇਕੱਠੇ ਹੋ ਕੇ ਆਏ। ਇਕੱਠੇ ਹੋ ਕੇ ਹੀ ਨਹੀਂ ਆਏ, ਰੋਂਦੇ ਕਰਲਾਉਂਦੇ ਆਏ ਨੇ। ਸੰਖੇਪ ਵਿੱਚ ਬੇਨਤੀ ਕਰਦਾ ਜਾਵਾਂ, ਰੋਂਦੇ ਕਰਲਾਉਂਦੇ ਇਤਿਹਾਸ ਵਿੱਚ ਇੱਥੋਂ ਤੱਕ ਆ ਗਿਆ ਜੀ, ਮੂੰਹਾਂ ਦੇ ਵਿੱਚ ਘਾਹ ਪਾ ਲਿਆ। ਘਾਹ ਕੌਣ ਖਾਂਦਾ? ਘਾਹ ਗਊ ਖਾਂਦੀ ਹੈ। ਕਹਿਣ ਤੋਂ ਭਾਵ ਇਦਾਂ ਦੀਨ ਬਣ ਕੇ ਆ ਗਏ, ਰੋਂਦੇ ਆਉਂਦੇ ਨੇ। ਜਦੋਂ ਆਏ ਮਹਾਰਾਜ ਦੀ ਸ਼ਰਨ ਦੇ ਅੰਦਰ, ਮਹਾਰਾਜ ਨੇ ਪੁੱਛਿਆ, ਭਾਈ ਕੀ ਗੱਲ ਹੈ? ਭਾਵੇਂ ਜਾਣਦੇ ਨੇ ਘਟ ਘਟ ਕੇ ਅੰਤਰ ਕੀ ਜਾਣਤ, ਜਾਣਦੇ ਸਾਰਾ ਕੁਝ ਨੇ, ਕੀ ਗੱਲ ਹੈ? ਸਾਰੀ ਗੱਲ ਦੱਸੀ ਜੀ, ਸਾਡੇ ਧਰਮ ਦੇ ਉੱਪਰ ਖਤਰਾ ਹੈ। ਹੋ ਸਕਦਾ ਹੈ ਸਾਡੀ ਜਾਨ ਬਚ ਜਾਵੇ, ਪਰ ਸਾਡਾ ਧਰਮ ਨਹੀਂ ਰਹਿੰਦਾ। ਜਾਨ ਬਚਾਈ ਜਾ ਸਕਦੀ ਹੈ, ਪਰ ਧਰਮ ਨਹੀਂ ਰਹਿਣਾ। ਜੇ ਧਰਮ ਨਹੀਂ ਰਹਿਣਾ ਤੇ ਜਾਨ ਬਚਾਉਣ ਦਾ ਵੀ ਕੀ ਸਾਡਾ ਫਾਇਦਾ? ਤੋ ਸਾਡੇ ਧਰਮ ਦੇ ਉੱਪਰ ਖਤਰਾ ਹੈ। ਅੱਜ ਸਾਨੂੰ ਖਤਰਾ ਹੈ, ਕਿਰਪਾ ਕਰੋ ਸਾਡਾ ਡੁੱਬਦਾ ਧਰਮ ਬਚਾਓ। ਰੋਂਦੇ ਆਏ ਸਤਿਗੁਰੂ ਜੀ, ਉਹਨਾਂ ਨੂੰ ਵੇਖ ਕੇ ਗੰਭੀਰ ਹੋ ਗਏ। ਨਹੀਂ ਤੇ ਦੁਨੀਆ ਦਾ ਕੀ ਹਾਲ ਹੈ? ਮੈਂ ਵੇਖਿਆ ਦੁਨੀਆ ਹੱਸਦੀ ਹੈ। ਪੁੱਛੀਏ ਜੀ ਕਿਉਂ ਹੱਸਦਾ ਹੈ? ਕਹਿੰਦੇ ਫਲਾਣਾ ਬੰਦਾ ਰੋਂਦੇ, ਉਹਨੂੰ ਵੇਖ ਕੇ ਦੁਨੀਆ ਹੱਸ ਰਹੀ ਹੈ। ਦੁਨੀਆ ਹੱਸਦੀ ਹੈ ਕਿਸੇ ਰੋਂਦੇ ਨੂੰ ਵੇਖ ਕੇ। ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਬੈਰਾਗ ਅਵਸਥਾ ਵਿੱਚ ਆਏ। ਕਲਗੀਧਰ ਪਾਤਸ਼ਾਹ ਜੀ ਨਿੱਕੀ ਉਮਰੇ ਆਏ, 9 ਸਾਲ ਦੀ ਉਮਰ ਹੈ। ਪਿਤਾ ਜੀ ਕੀ ਗੱਲ ਹੈ, ਇਹ ਰੋ ਕਿਉਂ ਰਹੇ ਨੇ? ਪੁੱਤਰਾ, ਇਹਨਾਂ ਦੇ ਧਰਮ ਦੇ ਉੱਪਰ ਖਤਰਾ ਹੈ। ਇਹਨਾਂ ਦਾ ਦੁੱਖ ਕਿਵੇਂ ਦੂਰ ਹੋ ਸਕਦਾ ਹੈ? ਕੋਈ ਮਹਾਪੁਰਸ਼ ਸਤਪੁਰਸ਼ ਬਲੀਦਾਨ ਦੇਵੇ। ਪਿਤਾ ਜੀ, ਤੁਹਾਡੇ ਤੋਂ ਵੱਡਾ ਸਤਪੁਰਸ਼ ਇਸ ਸਮੇਂ ਕੌਣ ਹੈ? ਪੁੱਤਰਾ ਵੇਖ ਲੈ, ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਕਹਿੰਦੇ, ਵੇਖ ਲੈ, ਜੇ ਮੈਂ ਚਲੇ ਗਿਆ, ਮੈਂ ਆਪਣਾ ਬਲੀਦਾਨ ਦੇ ਦਿੱਤਾ, ਤੂੰ ਯਤੀਮ ਹੋ ਜਾਏਗਾ, ਤੇਰੀ ਮਾਂ ਵਿਧਵਾ ਹੋ ਜਾਏਗੀ। ਐ ਗੁਰੂ ਪਿਤਾ ਜੀ, ਜੇ ਮੇਰੇ ਇੱਕ ਯਤੀਮ ਹੋਣ ਨਾਲ, ਮੇਰੀ ਮਾਂ ਦੇ ਇੱਕ ਵਿਧਵਾ ਹੋਣ ਨਾਲ ਲੱਖਾਂ ਕਰੋੜਾਂ ਬੱਚੇ ਯਤੀਮ ਹੋਣ ਤੋਂ, ਮਾਤਾਵਾਂ ਵਿਧਵਾ ਹੋਣ ਤੋਂ ਬਚ ਸਕਦੀਆਂ ਨੇ, ਮੈਨੂੰ ਯਤੀਮ ਹੋਣਾ ਪ੍ਰਵਾਨ ਹੈ। ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਜੀ। ਜਿਵੇਂ ਪਹਿਲਾਂ ਸੁਣ ਕੇ ਹਟਿਓ, ਜਿੰਨਾ ਵਰਗਾ ਕੋਈ ਹੋ ਨਹੀਂ ਸਕਦਾ। ਆਪਣੇ ਹੱਥੀਂ ਪਹਿਲਾਂ ਆਪਣੇ ਪਿਤਾ ਨੂੰ ਤੋਰਿਆ, ਉਹ ਸਮਾਂ ਵੀ ਆਇਆ ਜਦੋਂ ਆਪਣੇ ਹੱਥੀਂ ਆਪਣੇ ਪੁੱਤਰਾਂ ਨੂੰ ਵੀ ਤੋਰਨਾ ਪਿਆ। ਆਖੋ ਸਤਨਾਮ। ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਜੀ। ਫਿਰ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਉਹਨਾਂ ਪੰਡਤਾਂ ਨੂੰ, ਜਿਹੜੇ ਦੁਖੀ ਆਏ, ਦੀਨ ਦਰਦ ਦੁਖ ਭੰਜਨਾ, ਘਟ ਘਟ ਨਾਥ ਅਨਾਥ ਸ਼ਰਨ ਤੁਮਾਰੀ, ਆਇਓ ਨਾਨਕ ਕੇ ਪ੍ਰਭ ਸਾਥ। ਤੇ ਗੁਰੂ ਕਰਦਾ ਇਹ ਸਿਧਾਂਤ ਹੈ, ਜੋ ਸ਼ਰਨ ਆਵੇ ਤਿਸ ਕੰਠ ਲਾਵੇ। ਦੀਨ ਦਰਦ ਨਿਵਾਰ ਠਾਕੁਰ ਰਾਖੈ ਜਨ ਕੀ, ਆਪ ਇਹ ਗੁਰੂ ਨਾਨਕ ਦੇ ਕਰਦਾ ਸਿਧਾਂਤ ਹੈ। ਜਾਓ ਤੁਹਾਡੇ ਧਰਮ ਦੀ ਰੱਖਿਆ ਵਾਸਤੇ ਔਰੰਗਜ਼ੇਬ ਨੂੰ ਕਹਿ ਦਿਓ, ਸਾਰਿਆਂ ਨੂੰ ਮੁਸਲਮਾਨ ਕੀ ਬਣਾਉਣਾ, ਇੱਕ ਗੁਰੂ ਤੇਗ ਬਹਾਦਰ ਨੂੰ ਮੁਸਲਮਾਨ ਬਣਾ ਦਿਓ, ਅਸੀਂ ਸਾਰੇ ਮੁਸਲਮਾਨ ਬਣ ਜਾਵਾਂਗੇ। ਖੁਸ਼ ਹੋ ਗਏ ਵੀ ਹੁਣ ਸਾਡਾ ਧਰਮ ਬਚਦਾ ਦੀਂਦਾ ਹੈ। ਜਿਹੜੀ ਆਸ ਲੈ ਕੇ ਆਏ ਸੀ, ਜਿਹੜੀ ਓਟ ਲੈ ਕੇ ਆਏ ਸੀ, ਓਟ ਤੱਕ ਕੇ ਆਏ ਸੀ, ਸਾਨੂੰ ਇੱਥੋਂ ਖੈਰ ਪੈ ਸਕਦੀ ਹੈ। ਤੇ ਕਹਿੰਦੇ ਹੱਸਦੇ ਜਾਂਦੇ ਨੇ। ਜਿਹਨੇ ਵੇਖਿਆ ਸੀ ਵੀ ਰੋਂਦੇ ਗਏ ਸੀ, ਕਿਸੇ ਨੇ ਪੁੱਛਿਆ ਜਦੋਂ ਗਏ ਸੀ ਰੋਂਦੇ ਗਏ ਸੀ, ਮੂੰਹਾਂ ਦੇ ਵਿੱਚ ਘਾਹ ਤੱਕ ਸੀ, ਹੁਣ ਆਇਓ ਹੱਸਦੇ ਆਇਓ, ਕੀ ਕਰਤਾ ਗੁਰੂ ਨੇ? ਕਹਿੰਦੇ ਗੁਰੂ ਨਾਨਕ ਦਾ ਘਰ ਹੀ ਇਦਾਂ ਦਾ ਹੈ, ਹੱਸਤੋ ਜਾਏ ਸੋ ਰੋਵਤ ਆਵੇ, ਰੋਵਤ ਜਾਏ ਸੋ ਹੱਸੈ।
ਕਹਿੰਦੇ ਗੁਰੂ ਨਾਨਕ ਦਾ ਘਰ ਏਦਾਂ ਆਂਦਾ ਜਿਹਦਾ ਕੋਈ ਨਹੀਂ ਬਣਦਾ, ਜਾ ਕੋ ਮੁਸ਼ਕਿਲ ਅਤ ਬਣੈ, ਢੋਈ ਕੋਏ ਨਾ ਦੇ, ਲਾਗੂ ਹੋਏ ਦੁਸ਼ਮਨਾ, ਸਾਕ ਪੇ ਭਜ ਖਲੇ, ਸਭੋ ਭਜੈ ਆਸਰਾ, ਚੂਕੈ ਸਭ ਅਸਰਾਓ, ਚਿਤ ਆਵੇ ਉਸ ਪਾਰ ਬ੍ਰਹਮ, ਤਾਂ ਲੱਗੈ ਨਾ ਤਤੀ ਵਾਓ। ਇੱਥੇ ਤੇ ਇੰਨਾ ਮਹਾਰਾਜ ਨੇ ਬਚਨ ਕਰ ਦਿੱਤਾ ਵੀ ਚਿਤ ਆਵੇ, ਜਿਹਦੇ ਚਿੱਤ ਵਿੱਚ ਆ ਜਾਵੇ ਉਹਨੂੰ ਤਤੀ ਵਾ ਨਹੀਂ ਲੱਗਦੀ। ਇੱਥੇ ਤੇ ਖੁਦ ਪੰਡਤ ਸ਼ਰਨ ਵਿੱਚ ਆ ਗਏ, ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਇੱਥੇ ਤੇ ਆਪ ਸ਼ਰਨ ਵਿੱਚ ਆ ਗਏ, ਹੱਸਦੇ ਆਉਂਦੇ ਨੇ। ਕਿਸੇ ਨੇ ਪੁੱਛਿਆ ਵੀ ਕਿਵੇਂ ਭਾਈ, ਕੈਸੀ ਖੇਡ ਵਾਪਰ ਗਈ? ਕਹਿੰਦੇ ਹੁਣ ਸਾਨੂੰ ਡਰਨ ਦੀ ਲੋੜ ਨਹੀਂ, ਹੁਣ ਸਾਡਾ ਧਰਮ ਖਤਰੇ ਵਿੱਚ ਨਹੀਂ। ਕਿਉਂ? ਕਿਉਂਕਿ ਸਾਡੀ ਗੁਰਾਂ ਨੇ ਬਾਹ ਫੜ ਲਈ। ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਸਾਡੀ ਬਾਹ ਵੀ ਫੜ ਲਈ, ਕੱਲੀ ਬਾਹ ਨਹੀਂ ਫੜੀ। ਇਹ ਵੀ ਕਹਿ ਦਿੱਤਾ ਗੁਰੂ ਤੇਗ ਬਹਾਦਰ ਬੋਲਿਆ, ਧਰ ਪਈਏ ਧਰਮ ਨਾ ਛੋੜੀਏ, ਬਾਹੇ ਜਿਨ੍ਹਾਂ ਦੀ ਪਕੜੀਐ, ਸਿਰ ਦੀਜੈ ਬਾਹੇ ਨਾ ਛੋੜੀਏ। ਮਹਾਂਪੁਰਖ ਧਾਰਨਾ ਪੜ੍ਹਦੇ ਸਾਡੀ ਗੁਰਾਂ ਨੇ ਫੜ ਲਈ ਬਾਹ, ਹੁਣ ਡਰ ਕਾਦਾ, ਹੁਣ ਡਰ ਕਾਦਾ। ਗੁਰੂ ਨਾਨਕ ਫੜ ਲਈ ਬਾਹ, ਹੁਣ ਡਰ ਕਾਦਾ ਜੀ, ਹੁਣ ਡਰ ਕਾਦਾ। ਨੇ ਫੜ ਲਈ ਬਾਹ, ਹੁਣ ਡਰ ਕਾਦਾ, ਹੁਣ ਡਰ। ਸਾਡੀ ਗੁਰਾਂ ਨੇ ਫੜ ਲਈ ਬਾਹ, ਹੁਣ ਡਰ ਕਾਦਾ, ਹੁਣ ਡਰ। ਸਾਡੀ ਗੁਰਾਂ ਨੇ ਫੜ ਲਈ ਬਾਹ, ਹੁਣ ਡਰ ਕਾਦਾ, ਹੁਣ ਡਰ ਕਾਦਾ। ਗੁਰਾਂ ਨੇ ਫੜ ਲਈ ਬਾਹ, ਹੁਣ ਡਰ ਕਾਦਾ, ਹੁਣ ਡਰ। ਸਾਡੀ ਗੁਰਾਂ ਨੇ ਫੜ ਲਈਏ ਬਾਹ, ਹੁਣ ਡਰ ਕਾਦਾ, ਹੁਣ ਡਰ ਕਾਦਾ। ਗੁਰਾਂ ਨੇ ਫੜ ਲਈ ਬਾਹ ਜੀ, ਹੁਣ ਡਰ ਕਾਦਾ, ਹੁਣ ਡਰ ਕਾਦਾ। ਗੁਰਾਂ ਨੇ ਫੜ ਲਈ ਬਾਹ, ਹੁਣ ਡਰ ਕਾਦਾ, ਹੁਣ ਡਰ ਕਾਦਾ। ਸਾਡੀ ਗੁਰਾਂ ਨੇ ਫੜ ਲਈ, ਹੁਣ ਡਰ ਕਾਦਾ, ਹੁਣ ਡਰ ਕਾਦਾ। ਗੁਰਾਂ ਨੇ ਫੜ ਲਈ ਬਾਹ, ਹੁਣ ਡਰ ਕਾਦਾ, ਹੁਣ ਡਰ ਕਾਦਾ। ਗੁਰਾਂ ਨੇ ਫੜ ਲਈ ਬਾਹ, ਹੁਣ ਡਰ ਕਾਦਾ, ਹੁਣ ਡਰ ਕਾਦਾ। ਤੇ ਜਿਹਦੀ ਬਾਹ ਗੁਰੂ ਫੜ ਲਵੇ, ਜਾਮ ਗੁਰੂ ਹੋਏ ਵੱਲ, ਤਨਹਿ ਕਿਆ ਗਰਵ ਕੀਜੈ, ਜਾਪ ਗੁਰੂ ਹੋਏ ਵੱਲ, ਲੱਖ ਬਾਹੇ ਕਿਆ ਕੀਜੈ। ਫਿਰ ਆਪ ਜੀ ਜਾਣਦੇ ਹੋ, ਜਦੋਂ ਏਦਾਂ ਓਟ ਤੱਕ ਕੇ, ਆਸਰਾ ਤੱਕ ਕੇ ਸਤਿਗੁਰੂ ਜੀ ਦੀ ਸ਼ਰਨ ਵਿੱਚ ਆ ਗਏ, ਫਿਰ ਕਿਵੇਂ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਆਨੰਦਾਂ ਦੀ ਪੁਰੀ ਤੋਂ ਖੁਦ ਚੱਲੇ ਨੇ ਇੱਕ ਧਰਮ ਦੀ ਰੱਖਿਆ ਕਰਨ ਵਾਸਤੇ। ਨਹੀਂ ਤੇ ਕਿਸੇ ਨੂੰ ਪੁੱਛੋ, ਤੂੰ ਮਰਦਾ ਹੈ ਭਾਈ, ਇੰਨਾ ਕੰਮ ਕਰਦਾ ਕਿਹਦੇ ਵਾਸਤੇ ਕਰਦਾ? ਮੈਂ ਆਪਣੇ ਬੱਚਿਆਂ ਵਾਸਤੇ ਕਰਦਾ। ਕਦੇ ਵੇਖਿਆ ਕੋਈ ਕਿਸੇ ਦੇ ਬੱਚਿਆਂ ਵਾਸਤੇ ਕਰਦਾ ਹੋਵੇ, ਕਿਸੇ ਵਾਸਤੇ ਕਰਦਾ ਹੋਵੇ? ਪਰ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ, ਤਾਂ ਹੀ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਵੀ ਲਿਖ ਦਿੱਤਾ, ਤਿਲਕ ਜੰਜੂ ਰਾਖਾ ਪ੍ਰਭ ਤਾਕਾ, ਕੀਨੋ ਬੜੋ ਕਲੂ ਮਹਿ ਸਾਕਾ। ਇਹ ਕਲਯੁਗ ਦੇ ਸਮੇਂ ਅੰਦਰ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਇੱਕ ਕਲਯੁਗ ਦੇ ਸਮੇਂ ਅੰਦਰ ਵੱਡਾ ਸਾਕਾ ਕਰ ਦਿੱਤਾ। ਉਹ ਤਿਲਕ ਜੰਜੂ ਜਿਹੜੇ ਮਰਦੇ ਜਾਂਦੇ ਸੀ, ਜਿਨ੍ਹਾਂ ਦੀ ਬੱਚਤ ਵਾਸਤੇ ਪੰਡਤ ਚੱਲ ਕੇ ਆਏ, ਫਿਰ ਮਹਾਰਾਜ ਨੇ ਆਪ ਚੱਲ ਕੇ ਗਏ। ਕਿਵੇਂ? ਸੰਗਤ ਨੂੰ ਰਸਤੇ ਵਿੱਚ ਤਾਰਦੇ ਗਏ, ਆਜੜੀ ਦੇ ਮਨ ਦੀ ਭਾਵਨਾ ਪੂਰੀ ਕੀਤੀ। ਕਿਵੇਂ? ਸਤਿਗੁਰੂ ਜੀ ਨੇ ਗ੍ਰਿਫਤਾਰੀ ਦਿੱਤੀ, ਆਪ ਆਪਣੀ ਸ਼ਹਾਦਤ, ਤੇ ਸਤਿਗੁਰੂ ਜੀ ਨੇ ਸ਼ਹਾਦਤ ਦੇ ਕੇ ਇੱਕ ਧਰਮ ਨੂੰ ਜਿਉਂਦਿਆਂ ਕਰ ਦਿੱਤਾ। ਜਿਹੜਾ ਤਿਲਕ ਤੇ ਜੰਜੂ ਖਤਮ ਹੁੰਦੇ ਜਾਂਦੇ ਸੀ, ਉਹਨਾਂ ਦੀ ਰੱਖਿਆ ਤਿਲਕ ਜੰਜੂ ਰਾਖਾ ਪ੍ਰਭ ਤਾਕਾ, ਕੀਨੋ ਬੜੋ ਕਲੂ ਮਹਿ ਸਾਕਾ। ਉਹ ਤਿਲਕ ਜੰਜੂ ਜਿਹੜੇ ਮਰਦੇ ਜਾਂਦੇ ਸੀ, ਖਤਮ ਹੁੰਦੇ ਜਾਂਦੇ ਸੀ। ਕਹਿੰਦੇ ਇੱਕ ਜੰਜੂ ਅੱਧੇ ਤੋਲੇ ਦਾ ਹੁੰਦਾ ਹੈ, 5 ਗ੍ਰਾਮ ਦਾ। ਇਤਿਹਾਸ ਵਿੱਚ ਇੱਥੋਂ ਤੱਕ ਬਚਨ ਆਇਆ, ਕਹਿੰਦੇ ਇੱਕ ਦਿਨ ਜਬਰੀ ਮੁਸਲਮਾਨ ਬਣਾਉਂਦਿਆਂ ਜਿਹੜੇ ਨਹੀਂ ਮੰਨੇ ਮੁਸਲਮਾਨ ਬਣਨ ਨੂੰ, ਉਹਨਾਂ ਨੂੰ ਖਤਮ ਕੀਤਾ ਗਿਆ। ਜਦੋਂ ਸ਼ਾਮ ਨੂੰ ਉਹਨਾਂ ਦੇ ਜੰਜੂ ਤੋਲੇ ਗਏ, 1.25 ਮਣ ਜੰਜੂ ਦਾ ਭਾਰ ਨਿਕਲਿਆ। ਭਾਵ ਇੰਨਾ ਕਤਲੇਆਮ ਹੋਇਆ। ਤੋ ਕਹਿਣ ਤੋਂ ਭਾਵ ਜਿਹੜੇ ਉਹ ਜੰਜੂ ਤਿਲਕ ਮਰਦੇ ਜਾਂਦੇ ਸੀ, ਤਿਲਕ ਜੰਜੂ ਰਾਖਾ ਪ੍ਰਭ ਤਾਕਾ, ਕੀਨੋ ਬੜੋ ਕਲੂ ਮਹਿ ਸਾਕਾ। ਉਹ ਕਲਯੁਗ ਦੇ ਅੰਦਰ ਸਤਿਗੁਰੂ ਜੀ ਨੇ ਐਸਾ ਸਾਕਾ ਕੀਤਾ,
ਉਹ ਜਿਹੜੇ ਤਿਲਕ ਜੰਜੂ ਸੀ ਜੀ, ਰਹਿ ਗਏ ਜੰਜੂ ਤਿਲਕ ਜਿਉਂਦੇ, ਸਾਕਾ ਕਰਤਾ ਸਤਿਗੁਰ ਨੇ। ਰਹਿ ਗਏ ਜੰਜੂ ਤਿਲਕ ਜਿਉਂਦੇ, ਸਾਕਾ ਕਰਤਾ ਸਤਿਗੁਰ ਨੇ। ਰਹਿ ਗਏ ਜੰਜੂ ਤਿਲਕ ਜਿਉਂਦੇ, ਸਾਕਾ ਕਰਤਾ ਸਤਿਗੁਰ ਨੇ। ਰਹਿ ਗਏ ਜੰਜੂ ਤਿਲਕ ਜਿਉਂਦੇ, ਸਾਕਾ ਕਰਤਾ ਸਤਿਗੁਰ ਨੇ। ਜੰਜੂ ਤਿਲਕ ਜਿਉਂਦੇ, ਸਾਕਾ ਕਰਤਾ ਸਤਿਗੁਰ ਨੇ। ਜੰਜੂ ਤਿਲਕ ਜਿਉਂਦੇ, ਸਾਕਾ ਕਰਤਾ ਸਤਿਗੁਰ ਨੇ। ਰਹਿ ਗਏ ਜੰਜੂ ਤਿਲਕ ਜਿਉਂਦੇ, ਸਾਕਾ ਕੀਤਾ ਸਤਿਗੁਰ ਨੇ ਜੀ। ਜੰਜੂ ਤਿਲਕ ਜਿਉਂਦੇ, ਸਾਕਾ ਕਰਤਾ ਸਤਿਗੁਰ ਨੇ। ਜੰਜੂ ਤਿਲਕ ਜਿਉਂਦੇ, ਸਾਕਾ ਕਰਤਾ ਸਤਿਗੁਰ ਨੇ। ਰਹਿ ਗਏ ਜੰਜੂ ਤਿਲਕ ਜਿਉਂਦੇ, ਸਾਕਾ ਕਰਤਾ ਸਤਿਗੁਰ ਨੇ। ਜੰਜੂ ਤਿਲਕ ਜਿਉਂਦੇ, ਸਾਕਾ ਕਰਤਾ ਸਤਿਗੁਰ ਨੇ। ਰਹਿ ਗਏ ਜੰਜੂ ਤਿਲਕ ਜਿਉਂਦੇ, ਸਾਕਾ ਕਰਤਾ ਸਤਿਗੁਰ ਨੇ। तो ऐसे धन श्री गुरु तेग बहादुर साहब महाराज जी ने आप दिल्ली चांदनी चौक के अंदर जाके ठीकर फोर दलीस सिर प्रापर किया पयान। तेग बहादुर सी क्रिया करी न किन्हू आन। तेग बहादुर के चलत भयो जगत को शोक, है सब जग पयो। सारे हाहाकार मच गई जी। है सब जग पयो। दुनिया अंदर भावें हाहाकार मच गई, पर जय 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 सुरलोक सतगुरु जी ने ऐसी कुर्बानी की, स्वर्ग लोक दे अंदर भी सतगुरु जी की जय जयकार हो रही। तो ताही धन कलगीधर पातशाह महाराज जी जिन्हां ने दसम ग्रंथ दे अंदर ऐसा वचन भी लिख दिता जी, तेग बहादुर सिमरे घर नौ निध आवे ताए। जिन्हां ने ऐसे सतगुरु जी नूं अराधिया, ਕਹਿਣ ਦੀ ਲੋੜ ਨਹੀਂ ਪਈ। ਨੌ ਨਿਧੀਆਂ ਕਹਿੰਦੇ ਧੱਕੇ ਦੇ ਨਾਲ ਘਰ ਨੌ ਨਿਧ ਆਵੇ ਧਾਏ। ਨੌ ਨਿਧੀਆਂ ਇਦਾਂ ਚੱਲ ਕੇ ਆਪ ਘਰ ਅੰਦਰ ਆ ਜਾਂਦੀਆਂ, ਸਭ ਥਾਈਂ ਹੋਏ ਸਹਾਈ। ਐਸੇ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ, ਜਿਨ੍ਹਾਂ ਦੀ ਬਾਬਤ ਮਹਾਕਵੀ ਭਾਈ ਸੰਤੋਖ ਸਿੰਘ ਜੀ ਬਹੁਤ ਸਤਿਕਾਰਯੋਗ ਨੇ, ਜਿਨ੍ਹਾਂ ਨੇ ਸਾਰਾ ਇਤਿਹਾਸ ਸੂਰਜ ਪ੍ਰਕਾਸ਼ ਗ੍ਰੰਥ ਅੰਦਰ ਐਸਾ ਬਚਨ, ਹਿੰਦੂ ਲਾਜ ਰੱਖੀ ਬਨ ਚਾਦਰ, ਤੁਰਕ ਜਵਾਹਾ ਭਇਓ ਵੱਡ ਬਾਦਰ। ਬਾਦਰ ਭਾਵ ਬੱਦਲ, ਤੁਰਕ ਰੂਪੀ ਜਵਾਹਿਆਂ ਨੂੰ ਵੱਡੇ ਬੱਦਲ ਦੀ ਤਰ੍ਹਾਂ ਪ੍ਰਤੀਤ ਹੋਏ। ਹਿੰਦੂ ਲਾਜ ਰੱਖੀ ਬਨ ਚਾਦਰ, ਤੁਰਕ ਜਵਾਹਾ ਭਇਓ ਵੱਡ ਬਾਦਰ। ਸਿੱਖ ਸਿਮਰਤ ਜਤ ਕਤ ਹੋਏ ਗਾਦਰ। ਜਿੱਥੇ ਕਿਤੇ ਸਿੱਖ ਤੁਹਾਨੂੰ ਯਾਦ ਕਰਦੇ ਨੇ, ਉੱਥੇ ਹਾਜ਼ਰ ਹੋ ਜਾਂਦੇ ਹੋ। ਨਮੋ ਚਰਨ ਗੁਰ ਤੇਗ ਬਹਾਦਰ। ਸਤਿਗੁਰੂ ਜੀ ਆਪ ਜੀਆਂ ਤੇ ਚਰਨਾਂ ਤੇ ਨਮਸਕਾਰ ਹੈ, ਕੋਟਨ ਕੋਟ ਬਾਰ ਨਮਸਕਾਰ ਹੈ ਸਤਿਗੁਰੂ ਜੀ ਦੇ ਚਰਨਾਂ ਕਮਲਾਂ ਤੇ, ਜਿਨ੍ਹਾਂ ਨੇ ਇਦਾਂ ਜਾ ਕੇ ਆਪਣੀ ਕੁਰਬਾਨੀ ਕੀਤੀ। ਔਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਤਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰ ਹੈ, ਜਿਨ੍ਹਾਂ ਨੇ ਆਪ ਆਪਣੀ ਹਜ਼ੂਰੀ ਦੇ ਅੰਦਰ ਇਹ ਸੇਵਾ ਲਈ ਹੈ। ਕੋਟਾਨ ਕੋਟ ਧੰਨਵਾਦ ਹੈ ਮਹਾਂਪੁਰਖਾਂ ਦਾ, ਬਹੁਤ ਹੀ ਪਿਆਰ ਵਾਲੇ ਔਰ ਨਿਮਰਤਾ ਵਾਲੇ ਸਾਧੂ, ਆਪ ਆਪਣੇ ਹੱਥੀਂ ਆਏ ਗਏ ਸਾਧੂ ਸ਼੍ਰੀਮਾਨ ਸੰਤ ਬਾਬਾ ਧਰਮਪਾਲ ਸਿੰਘ ਜੀ ਸੰਗੋਵਾਲ ਵਾਲੇ ਵੱਡੇ ਮਹਾਂਪੁਰਖ ਬੈਠੇ ਨੇ। ਤੋ ਇਹਨਾਂ ਦੀ ਸੇਵਾ ਦੇ ਅੰਦਰ ਵੀ ਕਿੱਡੀ ਨਿਮਰਤਾ ਦੇ ਨਾਲ ਬਾਬਾ ਜੀ ਨੇ ਆਪ ਹੱਥੀਂ ਸਾਰੀ ਸੇਵਾ ਕੀਤੀ ਹੈ। ਬਹੁਤ ਨਿਮਰਤਾ ਵਾਲੇ ਮਹਾਂਪੁਰਖ ਨੇ, ਔਰ ਆਪ ਜੀ ਦਰਸ਼ਨ ਵੀ ਕਰ ਰਹੇ ਹੋ ਔਰ ਆਪ ਸੰਗਤ ਦੇ ਦਰਸ਼ਨ ਵੀ ਕਰ ਰਹੇ ਨੇ। ਧੰਨ ਸ਼੍ਰੋਮਣੀ ਸ਼ਹੀਦ ਧੰਨ ਧੰਨ ਬਾਬਾ ਸੰਗਤ ਸਿੰਘ ਜੀ, ਉਹਨਾਂ ਦੀ ਅੰਸ਼ ਬੰਸ ਦੇ ਵਿੱਚੋਂ 10ਵੀਂ ਅੰਸ਼ ਬੰਸ ਵਿੱਚੋਂ ਜਥੇਦਾਰ ਤਰਲੋਚਨ ਸਿੰਘ ਜੀ ਉਹ ਵੀ ਪਹੁੰਚੇ ਨੇ। ਉਹਨਾਂ ਦਾ ਧੰਨਵਾਦ, ਸਾਰੀਆਂ ਸੰਗਤਾਂ ਦਾ ਧੰਨਵਾਦ, ਮਹਾਂਪੁਰਖਾਂ ਦਾ ਧੰਨਵਾਦ, ਜਿਨ੍ਹਾਂ ਨੇ ਆਪ ਜੀਆਂ ਦੇ ਦਰਸ਼ਨ ਕਰਵਾਏ ਨੇ। ਕੋਟਾਨ ਕੋਟ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਅਗਲਾ ਸਮਾਂ ਮਹਾਂਪੁਰਖਾਂ ਪਾਸੋਂ ਸਰਵਣ ਕਰੀਏ ਜੀ। ਲੇਖੈ ਕਤਹਿ ਨਾ ਛੂਟੀਐ ਹੈ, ਖਿਨ ਖਿਨ ਭੂਲਨ ਹਾਰ, ਬਖਸ਼ਨ ਹਾਰ ਬਖਸ਼ ਲੈ।
ਨਾਨਕ ਪਾਰ ਉਤਾਰ। ਬਹੁਤ ਵਧੀਆ ਮਹਾਂਪੁਰਖਾਂ ਨੇ ਉਪਰਾਲਾ ਕੀਤਾ। ਨਹੀਂ ਤੇ ਅੱਜ ਤੱਕ ਆਪ ਜੀਆਂ ਨੇ ਸੁਣਿਆ ਹੋਣਾ ਇਤਿਹਾਸ ਬਾਬਾ ਸੰਗਤ ਸਿੰਘ ਜੀ ਦਾ, ਪਰ ਇਹ ਸਿਹਰਾ ਬਾਬਾ ਹਰਵਿੰਦਰ ਸਿੰਘ ਜੀ ਇਹਨਾਂ ਦੇ ਸਿਰ ਤੇ ਜਾਂਦਾ, ਜਿਹੜਾ ਉਹਨਾਂ ਦੀ 10ਵੀਂ ਅੰਸ ਬੰਸ ਦੇ ਵਿੱਚੋਂ ਜਥੇਦਾਰ ਤਰਲੋਚਨ ਸਿੰਘ ਜੀ ਦੇ ਦਰਸ਼ਨ ਆਪ ਸਰਬੱਤ ਸੰਗਤ ਨੂੰ ਕਰਵਾ ਰਹੇ ਨੇ। ਇਹਨਾਂ ਦਾ ਬਹੁਤਾ 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 ਧੰਨਵਾਦ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।